ਸਾਈਕਲ ਇੰਡਸਟਰੀ ਆਪਣੇ ਪੂਰੇ ਬੂਮ ਤੇ ਆ। ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਇਹ ਬੂਮ ਕਿਸ ਕਾਰਨ ਆ, ਮਤਲਬ ਉਮਰ ਦੇ ਹਿਸਾਬ ਦੇ ਨਾਲ ਪਿਛਲੇ 35 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਜਦੋਂ ਮੈਨੂਫੈਕਚਰਰ ਦੀ ਕਦਰ ਪਈ ਆ ਕਿ ਸਾਈਕਲ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ। ਬਿਜ਼ਨਸ ਨੈਵਰ ਸਟਾਪਸ, ਇਟ ਆਲਵੇਜ਼ ਕੰਟੀਨਿਊਜ਼। ਐਂਟਰਪ੍ਰੈਨਿਓਰਸ ਹੂ ਯੂਜ਼ ਦ ਨਿਊ ਵੇਜ਼, ਨਿਊ ਟੈਕਨੋਲੋਜੀ ਵਿਲ ਰਿਪਲੇਸ ਐਂਟਰਪ੍ਰੈਨਿਓਰਸ ਹੂ ਡੂ ਨਾਟ। ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਦੀ ਲੋੜ ਆ। ਅੱਜ ਜਿਹੜੀ ਪੰਜਾਬ ਦੀ ਇੰਡਸਟਰੀ ਜੇ ਬਚੇਗੀ, ਤੁਸੀਂ ਸਾਡਾ ਕੰਪੀਟੀਸ਼ਨ ਕਰਾਉਣਾ ਤਾਂ ਹਰਿਆਣਾ ਨਾਲ ਕਰਾਓ, ਯੂਪੀ ਨਾਲ ਕਰਾਓ, ਮਹਾਰਾਸ਼ਟਰ ਨਾਲ ਕਰਾਓ। ਵਰਲਡ ਮਾਰਕੀਟ ਦੇ ਵਿੱਚ, ਯੂਰਪ ਦੇ ਵਿੱਚ ਔਰ USA ਦੇ ਵਿੱਚ, UK ਦੇ ਵਿੱਚ ਜਿਹੜੇ ਮਾਡਲਸ ਦੀ ਲੋੜ ਆ। ਪਰ ਅੱਜ ਅਸੀਂ ਜਿਹੜਾ ਸਾਈਕਲ ਬਣਾ ਰਹੇ ਹਾਂ ਉਹ ਰੋਡਸਟਰ ਮਾਡਲ ਬਣਾ ਰਹੇ ਹਾਂ। ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਚੀਨ ਦੇ ਮੁਕਾਬਲੇ ਸਸਤਾ ਸਾਈਕਲ ਇੰਡੀਆ ਦੇ ਵਿੱਚ ਉਸ ਤੋਂ ਬੈਸਟ ਕੁਆਲਿਟੀ ਦਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ। ਜਾਨੀ ਤਸ਼ੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਪਹੁੰਚੇ ਲੁਧਿਆਣਾ ਸ਼ਹਿਰ ਦੇ ਵਿੱਚ। ਲੁਧਿਆਣਾ ਸ਼ਹਿਰ ਨੂੰ ਕਿਹਾ ਜਾਂਦਾ ਹੈ ਮਾਨਚੈਸਟਰ। ਮਾਨਚੈਸਟਰ ਕਹਿਣ ਦੀ ਇੱਕ ਵਜ੍ਹਾ ਹੈ ਕਿਉਂਕਿ ਇੱਥੇ ਹੈਗੀ ਸਾਈਕਲ ਇੰਡਸਟਰੀ ਤੇ ਹੌਜ਼ਰੀ ਇੰਡਸਟਰੀ। ਸਾਈਕਲ ਇੰਡਸਟਰੀ ਦੀ ਗੱਲ ਕਰੀਏ ਤੇ 90%, ਜੀ ਹਾਂ 90% ਜਿਹੜੀ ਇੰਡੀਆ ਦੀ ਸਾਈਕਲ ਇੰਡਸਟਰੀ ਹੈ ਲੁਧਿਆਣਾ ਸ਼ਹਿਰ 'ਚ ਪਾਰਟਸ ਤੋਂ ਲੈ ਕੇ ਸਾਈਕਲ ਇੱਥੇ ਬਣਦੇ ਹੈ। ਜੇ ਹੋ ਸਕਦਾ 19-21 ਦੀ ਗੱਲ ਹੋਵੇ ਤਾਂ ਅਸੀਂ ਵਿਸ਼ੇਸ਼ਗਿਆਂ ਨਾਲ ਗੱਲ ਕਰਾਂਗੇ ਹੁਣੇ, ਤੇ ਉਹ ਦੱਸ ਦੇਣਗੇ, ਕਰੈਕਟ ਕਰ ਦੇਣਗੇ ਸਾਨੂੰ। ਪਰ 90% ਜਿਹੜੀ ਸਾਈਕਲ ਇੰਡਸਟਰੀ ਹੈ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦੀ ਹੈ ਔਰ ਇੱਥੇ ਦੀ ਬਣੀ ਹੋਈ ਹੈ। ਗੱਲ ਕਰੀਏ ਅਗਲੀ, ਤੇ ਅੱਜ ਸਾਡਾ ਇੱਕ ਮੇਨ ਮੁੱਦਾ ਹੈਗਾ ਉਹ ਇਹ ਕਿ ਇਸ ਸਾਲ ਕੋਵਿਡ ਕਰਕੇ ਜਿਹੜਾ ਸਾਈਕਲ ਦੀ ਮੰਗ ਬਹੁਤ ਜ਼ਿਆਦਾ ਵਧੀ ਹੋਈ ਹੈ। ਤੇ ਇਹਦਾ ਇੱਕ ਹੋਰ ਵੀ ਫਾਇਦਾ ਹੋਇਆ। ਮੰਗ ਤਾਂ ਵਧੀ ਹੈ ਕਿਉਂਕਿ ਹੈਲਥ ਅਵੇਅਰਨੈਸ ਹੈ, ਪਰ ਇਹਦਾ ਇੱਕ ਇਨਡਾਇਰੈਕਟ ਫਾਇਦਾ ਇਹ ਹੋਇਆ ਕਿ ਜਿਹੜੇ ਸਾਈਕਲ ਦੀ ਮੰਗ ਵਧਣ ਨਾਲ ਜਿਹੜੇ ਡੀਲਰਾਂ ਕੋਲ ਅੱਗੇ ਮਾਲ ਉਧਾਰ ਜਾਂਦਾ ਸੀ, ਸਾਈਕਲ ਦੀ ਇੱਕ ਵਰਕਿੰਗ ਕੈਪੀਟਲ ਲੱਗਦਾ ਸੀ। ਸਾਈਕਲ ਇੰਡਸਟਰੀ ਦੀ ਡਬਲ ਲਾਟਰੀ ਲੱਗੀ ਹੈ। ਉਹ ਲਾਟਰੀ ਇੱਦਾਂ ਲੱਗੀ ਕਿ ਪਿਛਲੀ ਪੇਮੈਂਟਾਂ ਵੀ ਆ ਗਈਆਂ, ਰੁਕੀਆਂ ਹੋਈਆਂ ਜਿਹੜੇ ਡਿਸਪਿਊਟਡ ਸੀਗੀਆਂ ਜਾਂ ਕੁਛ ਵੀ ਸੀਗੀਆਂ, ਉਹ ਸਾਰੀਆਂ ਪੇਮੈਂਟਾਂ ਵੀ ਰਿਕਵਰ ਹੋ ਗਈਆਂ ਅਤੇ ਅਗਲਾ ਮਾਲ ਵੀ ਕੈਸ਼ 'ਚ ਹੋ ਗਿਆ। ਅਤੇ ਇਹ ਸਾਰੇ ਸਵਾਲਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਫਿੱਕੋ ਦੇ ਪ੍ਰਧਾਨ ਅਤੇ ਲੁਧਿਆਣਾ ਸ਼ਹਿਰ ਦੇ ਕਹਿੰਦੇ ਕਹਾਉਂਦੇ ਸਾਈਕਲ ਇੰਡਸਟਰੀ ਦੇ ਜਿਹੜੇ ਬਿਜ਼ਨਸਮੈਨ ਹੈਗੇ ਗੁਰਮੀਤ ਕੁਲਾਰ ਜੀ, ਯੰਗ ਡਾਇਨਾਮਿਕ। ਅਤੇ ਆਓ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਕੀ ਐਕਚੁਅਲਿਟੀ ਕੀ ਹੈ। ਨਮਸਕਾਰ ਜੀ। ਨਮਸਕਾਰ ਜੀ। ਮੈਂ ਮੇਨ ਗੱਲ ਕਰਦਾ ਬਾਈਸਾਈਕਲ ਇੰਡਸਟਰੀ ਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਅੱਜ ਸਾਈਕਲ ਇੰਡਸਟਰੀ ਆਪਣੇ ਪੂਰੇ ਬੂਮ ਤੇ ਆ। ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਇਹ ਬੂਮ ਕਿਸ ਕਾਰਨ ਆ, ਉਹਦੇ ਮਗਰ ਦੋ ਰੀਜ਼ਨ ਆ। ਇੱਕ ਤਾਂ ਸਭ ਤੋਂ ਪਹਿਲਾਂ ਕਿ ਅੱਜ ਜਿਹੜੀ ਸਾਡੇ ਕੋਲੇ ਲੇਬਰ ਆ ਉਹ ਤਕਰੀਬਨ 40% ਆ। 40% ਲੇਬਰ ਹੋਣ ਦੇ ਕਾਰਨ ਸਾਡੀ ਜਿਹੜੀ ਪ੍ਰੋਡਕਟਿਵਿਟੀ ਵੀ 40% ਆ। ਅਤੇ 40% ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡੇ ਕੋਲੇ ਉਸ ਕੰਮ ਦੀ ਤੇਜ਼ੀ ਆ। ਪਰ ਜੇਕਰ ਅੱਜ ਸਾਡੇ ਕੋਲੇ ਲੇਬਰ ਪੂਰੀ ਹੋ ਜਾਵੇ ਤਾਂ ਅਸੀਂ ਇਸ ਤੇਜ਼ੀ ਨਹੀਂ ਕਿਹਾ ਜਾ ਸਕਦਾ। ਤਾਂ ਅਸੀਂ ਉਸ ਸਟੈਗਨੈਂਟ ਔਰ ਉਸ ਜਗ੍ਹਾ ਹੀ ਖੜ੍ਹੇ ਹਾਂ ਜਿਸ ਜਗ੍ਹਾ ਅੱਜ ਤੋਂ ਅਸੀਂ 6 ਮਹੀਨੇ ਪਹਿਲਾਂ ਖੜ੍ਹੇ ਸੀਗੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਸਾਲ ਦੀ ਜਿਹੜੀ ਟਰਨਓਵਰ ਹੋਏਗੀ ਉਹ ਪਿਛਲੇ ਸਾਲ ਨਾਲੋਂ ਜ਼ਿਆਦਾ ਨਹੀਂ ਹੋਏਗੀ। ਇਹ ਸਿਰਫ ਕਹਿਣ ਨੂੰ ਹੀ ਤੇਜ਼ੀ ਹੈ ਕਿ ਵਰਕਿੰਗ ਆਫ ਮਤਲਬ ਕਪੈਸਿਟੀ ਛੋਟੀ ਹੈ, ਪ੍ਰੋਡਕਸ਼ਨ ਘੱਟ ਹੋ ਰਹੀ ਹੈ। ਹਾਂ, ਲੇਕਿਨ ਅਗਰ ਗੱਲ ਕਰੀਏ ਮੈਂ ਆਪਣੇ ਮਤਲਬ ਉਮਰ ਦੇ ਹਿਸਾਬ ਦੇ ਨਾਲ ਪਿਛਲੇ 35 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਜਦੋਂ ਮੈਨੂਫੈਕਚਰਰ ਦੀ ਕਦਰ ਪਈ ਆ। ਨਹੀਂ ਤਾਂ ਜਿਹੜਾ ਮੈਨੂਫੈਕਚਰਰ ਨੂੰ ਜਿਹੜਾ ਟਰੇਡਰ ਸੀ ਨਾ ਉਹ ਯੂਜ਼ ਕਰਦਾ ਸੀਗਾ। ਪਹਿਲਾਂ ਇੱਕ ਮੈਨੂਫੈਕਚਰਰ ਨੂੰ ਕਰ ਲਿਆ, A ਨੂੰ ਕਰ ਲਿਆ, ਫਿਰ B ਨੂੰ ਕਰ ਲਿਆ, ਫਿਰ C ਨੂੰ ਕਰ ਲਿਆ, ਫਿਰ D ਨੂੰ ਕਰ ਲਿਆ। ਅਤੇ ਅੱਜ ਜਦੋਂ ਇਸ ਚੀਜ਼ ਦੀ ਸ਼ਾਰਟੇਜ ਆਈ ਤਾਂ ਜਿਹੜੇ ਸਾਰੇ ਮੈਨੂਫੈਕਚਰਰਸ ਦੀ ਵੈਲਿਊ ਪਈ ਅਤੇ ਪੇਮੈਂਟ ਕਿਤੇ ਨਾ ਕਿਤੇ ਐਡਵਾਂਸ ਦੇ ਕੇ ਵੀ ਮਾਲ ਟਰੇਡਰ ਨੂੰ ਲੈਣਾ ਪਿਆ। ਮੈਂ ਦੇਖ ਰਿਹਾ ਕਿ ਆਲ ਓਵਰ ਇੰਡੀਆ ਤੋਂ ਜਿਹੜੇ ਟਰੇਡਰਸ ਆ, ਜਿਹੜੇ ਸਾਡੇ ਮੇਰੇ ਦੁਕਾਨਦਾਰ ਭਰਾ ਵਾ, ਉਹ ਫੋਨ ਕਰਕੇ ਕਹਿੰਦੇ ਅਸੀਂ ਤੁਹਾਡੇ ਖਾਤੇ 'ਚ ਪੈਸੇ ਪਵਾਤੇ, ਤੁਸੀਂ ਸਾਡਾ ਮਾਲ ਬੁੱਕ ਕਰ ਲਓ। ਉਹਦਾ ਕਾਰਨ ਕਿ ਜਿਹੜੀ ਸਾਈਕਲ ਦੀ ਡਿਮਾਂਡ ਆਲ ਓਵਰ ਇੰਡੀਆ ਵਧੀ ਆ, ਉਹਦੇ ਵਿੱਚ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕਿ ਸਾਈਕਲ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦਾ। ਗੱਲ ਕਰਾਂ ਤੁਹਾਡੇ ਗੱਲ ਆਨਸਰ ਤੋਂ ਇੱਕ ਕੁਐਸਚਨ ਆਇਆ ਹੈਗਾ ਕਿ ਤੁਸੀਂ ਕਹਿ ਰਹੇ ਹੋ ਕਿ ਟਰੇਡਰ ਦੀ ਗੱਲ ਕੀਤੀ, ਪਰ ਜਿੱਥੇ ਤੱਕ ਮੈਂ ਪ੍ਰੈਕਟੀਕਲ, ਤੁਸੀਂ ਪਰਸਨਲ ਗੱਲ ਕੀਤੀ, ਤੁਹਾਡੇ ਬਾਰੇ ਮੈਨੂੰ ਜਿੰਨਾ ਕੁ ਪਤਾ ਤੁਸੀਂ ਤਾਂ ਕਾਰਪੋਰੇਟ ਕੰਪਨੀਆਂ ਨੂੰ ਮਾਲ ਸਪਲਾਈ ਕਰਦੇ ਹੋ, ਅਤੇ ਤੁਸੀਂ ਇਹ ਟਰੇਡਰ ਕਾਰਪੋਰੇਟ ਕੰਪਨੀ ਨੂੰ ਕਹਿ ਰਹੇ ਹੋ ਕਿ ਉਹਨਾਂ ਨੇ ਕਦੀ ਵੈਲਿਊ ਨਹੀਂ ਪਾਈ ਸੀ ਵੈਂਡਰਾਂ ਦੀ। ਮੈਂ ਗੱਲ ਕਰ ਰਿਹਾ ਵਾ ਕਿ ਜਿਹੜੇ ਟਰੇਡਰ ਆਲ ਓਵਰ ਇੰਡੀਆ ਦੇ ਵਿੱਚ ਬੈਠੇ ਆ, ਉਹਨਾਂ ਟਰੇਡਰਸ ਨੇ ਫੋਨ ਕੀਤਾ। ਕੁਲਾਰ ਸਾਹਿਬ, ਮੈਂ ਤੁਹਾਡੀ ਗੱਲ ਤੇ ਆ ਗਿਆ। ਤੁਸੀਂ ਉਹਨਾਂ ਨੂੰ ਮਾਲ ਨਹੀਂ ਦਿੰਦੇ। ਤੁਸੀਂ ਜਿੱਥੇ ਤੱਕ ਸਾਨੂੰ ਪਤਾ ਤੁਸੀਂ ਵੱਡੀ ਕਾਰਪੋਰੇਟ ਕੰਪਨੀ ਨੂੰ ਮਾਲ ਦਿੰਦੇ ਆ। ਪਰ ਹੁਣ ਅਸੀਂ ਦਿੱਤਾ, ਇਸ ਟਾਈਮ ਦੇ ਵਿੱਚ ਮਾਲ ਅਸੀਂ ਦਿੱਤਾ। ਘੱਟ ਤੋਂ ਘੱਟ ਮੈਂ ਇਹ ਇੰਨੀ ਗੱਲ ਕਰਾਂ ਕਿ ਘੱਟ ਤੋਂ ਘੱਟ 45 ਤੋਂ ਲੈ ਕੇ 60 ਬੰਦਿਆਂ ਨੂੰ ਆਲ ਓਵਰ ਇੰਡੀਆ ਦੇ ਵਿੱਚ ਜਿਹੜਾ ਉਹ ਸਾਡਾ ਜਿਹੜਾ ਪ੍ਰੋਡਕਟ ਅਸੀਂ ਬਾਈਸਾਈਕਲ ਪਾਰਟਸ, ਰਿਮਸ ਐਂਡ ਮਡਗਾਰਡਸ ਬਣਾਉਂਦੇ ਆ,
ਉਹ ਉਹਨਾਂ ਨੂੰ ਦਿੱਤਾ। ਔਰ ਇੱਕ ਇਸ ਟਾਈਮ ਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਚੇਂਜ ਆਈ ਆ, ਉਹਦੇ ਵਿੱਚ ਮਾਰਕੀਟ ਨੇ ਈਡੀ ਕੋਟਡ ਰਿਮ ਮੰਗਿਆ, ਜਿਹੜਾ ਕਿ ਅਸੀਂ ਨਹੀਂ ਬਣਾਉਂਦੇ ਸੀਗੇ, ਭਾਵੇਂ ਕਾਰਪੋਰੇਟ ਸੀਗੇ ਉਹਨਾਂ ਨੇ ਵੀ ਨਹੀਂ ਲਿਆ ਸੀਗਾ। ਅੱਜ ਅਸੀਂ ਈਡੀ ਕੋਟਿੰਗ ਦਾ ਪਲਾਂਟ ਲਗਾ ਰਹੇ ਹਾਂ। ਸੋ ਮੈਂ ਇਹ ਗੱਲ ਕਰਦਾ ਕਿ ਇਹ ਜਿਹੜਾ ਵਕਤ ਆ ਉਹਦੀ ਚੇਂਜ ਦੇ ਹਿਸਾਬ ਦੇ ਨਾਲ ਜੇਕਰ ਅਸੀਂ ਆਪਣੇ ਆਪ ਨੂੰ ਚੇਂਜ ਨਾ ਕੀਤਾ ਤਾਂ ਮੈਂ ਰਤਨ ਟਾਟਾ ਦਾ ਕੋਟ ਫਿਰ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਉਹਨਾਂ ਨੇ ਕਿਹਾ ਸੀ, ਬਿਜ਼ਨਸ ਨੈਵਰ ਸਟਾਪਸ, ਇਟ ਆਲਵੇਜ਼ ਕੰਟੀਨਿਊਜ਼, ਐਂਟਰਪ੍ਰੈਨਿਓਰਸ ਹੂ ਯੂਜ਼ ਦਾ ਨਿਊ ਵੇਜ਼, ਨਿਊ ਟੈਕਨੋਲੋਜੀ ਵਿਲ ਰਿਪਲੇਸ ਐਂਟਰਪ੍ਰੈਨਿਓਰਸ ਹੂ ਡੂ ਨਾਟ। ਜਿਹੜੇ ਐਂਟਰਪ੍ਰੈਨਿਓਰਸ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਨਹੀਂ ਬਦਲਣਗੇ ਤਾਂ ਉਹ ਜਿਹੜੇ ਐਂਟਰਪ੍ਰੈਨਿਓਰਸ ਹੈ ਉਹਨਾਂ ਨੂੰ ਐਂਟਰਪ੍ਰੈਨਿਓਰਸ ਹੀ ਬਦਲ ਦੇਣਗੇ। ਮੈਂ ਗੱਲ ਕਰਦਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਸਾਈਕਲ ਇੰਡਸਟਰੀ ਦੇ ਵਿੱਚ ਮੈਨੂਫੈਕਚਰਰ ਦੀ ਜਿੱਥੇ ਕਦਰ ਪਈ ਆ, ਉੱਥੇ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਹੈ। ਅਗਰ ਕਿਤੇ ਸਟੇਟ ਗੌਰਮੈਂਟ ਵੱਲੋਂ ਕਿਤੇ ਸਪੋਰਟ ਹੁੰਦੀ ਤਾਂ ਇਸ ਮੌਕੇ ਜਿਹੜੀ ਸਾਈਕਲ ਇੰਡਸਟਰੀ ਬਹੁਤ ਵੱਡਾ ਹੋਰ ਫਲੋਰਿਸ਼ ਕਰ ਸਕਦੀ ਸੀ। ਇੱਕ ਹੋਰ ਗੱਲ ਕਰਦਾ ਇੱਥੇ ਤੁਹਾਡੇ ਨਾਲ, ਤੁਸੀਂ ਸਟੇਟ ਗਵਰਨਮੈਂਟ ਦੀ ਗੱਲ ਕੀਤੀ, ਤੁਸੀਂ ਤਾਂ ਦੋਨੋਂ ਹੱਥਾਂ 'ਚ ਲੱਡੂ ਲੈ ਕੇ ਬੈਠੇ ਹੋ, ਬਿਜ਼ਨਸਮੈਨ ਵੀ ਤੁਸੀਂ ਤੇ ਸਰਕਾਰ ਵੀ। ਪਿਛਲੇ ਅੱਜ ਆਪਾਂ ਮੈਂ 3-4 ਸਾਲ ਦੀ ਗੱਲ ਨਾ ਕਰਾਂ ਤਾਂ ਉਸ ਤੋਂ ਪਹਿਲਾਂ ਤਾਂ ਸਰਕਾਰ ਵੀ ਤੁਸੀਂ ਸੀਗੇ, ਮੁੱਖ ਮੰਤਰੀ ਆਪਣੇ ਜਿਹੜੇ ਸੁਖਬੀਰ ਸਿੰਘ ਬਾਦਲ ਸੀਗੇ। ਉਦੋਂ ਕਿਉਂ ਨਹੀਂ ਕੀਤੀ? ਆਪਾਂ ਹਰ ਵਾਰੀ ਦੇਖਦੇ ਹਾਂ ਕਿ ਬੰਦਾ ਆਂਦਾ ਦੂਜੀ ਗਵਰਨਮੈਂਟ ਤੇ ਇਲਜ਼ਾਮ ਲਾ ਦਿੰਦਾ, ਆਪਣੀ ਗਵਰਨਮੈਂਟ ਵੱਲੇ ਕਿਉਂ ਨਹੀਂ ਕੀਤਾ? ਲਓ, ਮੈਂ ਤੁਹਾਨੂੰ ਸਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਔਰ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੇ ਟਾਈਮ ਦੀਆਂ 8 ਕੰਮ ਐਸੇ ਗਿਣਾਉਣਾ ਵਾ ਜਿਹੜੇ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਕੀਤੇ ਸੀ ਤੇ ਇਸ ਸਰਕਾਰ ਨੇ ਆਉਂਦੇ ਸਾਰੋਂ ਕੰਮ ਬੰਦ ਕਰਤੇ। ਸਭ ਤੋਂ ਪਹਿਲਾਂ ਬਿਜਲੀ ਇੱਕ ਇੰਡਸਟਰੀ ਦਾ ਰॉ ਮਟੀਰੀਅਲ ਆ। ਸਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਬਿਜਲੀ ਸਾਨੂੰ ਸਭ ਤੋਂ ਮਹਿੰਗੇ ਟਾਈਮ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਪੈਂਦੀ ਸੀਗੀ, ਉਹ ਬਿਜਲੀ ਸਾਡੀ ਖਤਮ ਕਰ ਦਿੱਤੀ ਸੀ। ਸਾਨੂੰ ਐਟ ਪਾਰ ਰੇਟ ਦੇ ਉੱਤੇ ਬਿਜਲੀ ਦਿੱਤੀ ਗਈ ਸੀ। ਔਰ ਅੱਜ ਇਸ ਸਰਕਾਰ ਨੇ ਸ਼ਾਮ ਨੂੰ 6 ਵਜੇ ਤੋਂ 10 ਵਜੇ ਤੱਕ ਸਾਨੂੰ 2 ਰੁਪਏ ਯੂਨਿਟ ਐਕਸਟਰਾ ਬਿਜਲੀ ਲਗਾਤੀ। ਗੱਲ ਕਰਦਾ 2.5 ਰੁਪਏ ਯੂਨਿਟ 50% ਨਾਈਟ ਰਿਬੇਟ ਦਿੱਤਾ ਸੀ, ਜਿਹੜਾ ਰਾਤ ਨੂੰ 10 ਵਜੇ ਤੋਂ ਸਵੇਰੇ 6 ਵਜੇ ਤੱਕ ਫੈਕਟਰੀ ਚਲਾਉਂਦਾ। ਇਸ ਸਰਕਾਰ ਨੇ ਸਾਡੇ ਕੋਲੋਂ ਉਹ ਵੀ ਖੋਹ ਲਿਆ। ਤੀਸਰਾ ਮੈਂ ਗੱਲ ਕਰਦਾ ਵਾ ਕਿ 2 ਵੇ ਟੈਰਿਫ। ਇੱਕ ਤਾਂ ਸਾਡੇ ਕੋਲੋਂ ਕੰਜ਼ੰਪਸ਼ਨ ਲੈ ਲਈ ਕਿ ਜਿੰਨੇ ਯੂਨਿਟ ਅਸੀਂ ਬਾਲੇ, ਦੂਸਰਾ ਫਿਕਸਡ ਚਾਰजेस ਲਗਾ ਕੇ ਸਾਡੇ ਕੋਲੋਂ ਸਰਕਾਰ ਨੇ ਦੁੱਗਣੇ ਭਾਅ ਦੇ ਉੱਤੇ ਲੈ ਲਈ। ਤੇ ਮੈਂ ਗੱਲ ਕਰਦਾ ਵਾ ਕਿ ਜਿਹੜਾ ਯੂਨਿਟ ਸਰਕਾਰ ਨੇ ਸਾਨੂੰ ਅਨਾਉਂਸ ਕੀਤਾ ਸੀ 5 ਰੁਪਏ ਯੂਨਿਟ, ਅੱਜ ਉਹ ਕੱਢ ਕੇ ਦੇਖੋ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ 11 ਰੁਪਏ ਤੋਂ ਲੈ ਕੇ 22 ਰੁਪਏ ਯੂਨਿਟ ਤੱਕ ਪੈ ਰਿਹਾ ਵਾ। ਮੈਂ ਇਹਦੇ ਵਿੱਚ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇਹਦੇ ਲਈ ਵੀ ਅਸੀਂ ਜ਼ਿੰਮੇਵਾਰ ਜਿਹੜਾ ਹੈਗਾ ਵਿਪਕਸ਼ ਨੂੰ ਠਹਿਰਾਉਂਦੇ ਹਾਂ, ਕਿਉਂਕਿ ਜਿਹੜਾ ਵਿਪਕਸ਼ ਹੈ, ਵਿਪਕਸ਼ ਕਮਜ਼ੋਰ ਹੋਵੇ, ਉਹ ਕਹਿੰਦੇ ਜੇ ਜਨਾਨੀ ਤਗੜੀ ਹੋਵੇ ਤੇ ਆਦਮੀ ਦੀ ਕੀ ਮਜਾਲ, ਤੇ ਜੇ ਵਿਪਕਸ਼ ਹੀ ਆਪ ਹੀ ਤਗੜਾ ਨਹੀਂ ਹੈਗਾ, ਵਿਪਕਸ਼ ਆਪ ਹੀ, ਇਹ ਤਾਂ ਰਲੀ ਮਿਲੀ ਸਰਕਾਰ ਹੈ ਜੀ। ਦੇਖੋ ਬੜੀ ਸਿੱਧੀ ਗੱਲ ਹੈ, ਜੇ ਅਸੀਂ ਗੱਲ ਕਰੀਏ ਤੇ ਕੈਪਟਨ ਦੀ ਸਰਕਾਰ ਨਹੀਂ ਬੰਦੀ ਨਜ਼ਰ ਆਉਂਦੀ ਸੀ ਉਦੋਂ। ਇੱਕ ਉਪ ਮੁੱਖ ਮੰਤਰੀ ਸਾਹਿਬ ਨੇ ਹੀ ਕੋਈ ਹਿੰਟ ਲਾਸਟ ਮੂਮੈਂਟ ਤੇ ਇਹੋ ਜਿਹਾ ਚਲਾਇਆ ਤੇ ਉਹ ਜਿਹੜੀ ਵੋਟਾਂ ਆਪ ਨੂੰ ਜਾਂਦੀ ਸਾਰੀ ਆ ਗਈ ਸੀ ਕਾਂਗਰਸ। ਇਹ ਕਿਸੇ ਨਾ ਕਿਸੇ ਹੱਦ ਤੱਕ ਇਹ ਗੱਲ ਝੂਠ ਆ, ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ। ਸਭ ਆਪ ਕਿਹਾ ਸੀ ਜੀ, ਬਸ ਆਪ ਨੂੰ ਵੋਟ ਨਾ ਪਾਈਓ, ਹੋਰ ਜਿਹਨੂੰ ਮਰਜ਼ੀ ਪਾਈਓ। ਸਭ ਤੋਂ ਜ਼ਰੂਰੀ ਚੀਜ਼ ਅੱਜ ਗੱਲ ਕਰਦੇ ਆ, ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਔਰ ਡੀਜ਼ਲ ਜਿਹੜਾ ਆਪਣੀਆਂ ਕਾਰਾਂ ਦੇ ਵਿੱਚ ਔਰ ਆਪਣੀਆਂ ਫੈਕਟਰੀਆਂ ਵਾਸਤੇ ਲੈ ਰਹੇ ਆ। ਉਸ ਵੇਲੇ ਸਾਡੀ ਗੱਲ ਹੋਈ ਸੀ ਪੰਜਾਬ ਦੇ ਉਪ ਮੁੱਖ ਮੰਤਰੀ ਜੀ ਨਾਲ ਕਿ ਬਿਜਲੀ ਦੇ ਬਿੱਲਾਂ ਦੇ ਵਿੱਚ ਜਿਹੜੀ ਸਾਨੂੰ ਐਕਸਾਈਜ਼ ਡਿਊਟੀ ਲੱਗਦੀ ਆ ਉਹ ਵੈਟੇਬਲ ਹੋਣੀ ਚਾਹੀਦੀ ਹੈ, GST ਐਡਜਸਟੇਬਲ ਹੋਣੀ ਚਾਹੀਦੀ ਆ, ਲੇਕਿਨ ਪੈਂਡਿੰਗ ਪਿਆ। ਉਹਨਾਂ ਨੇ ਧਨਾਂਸੂ ਫੋਕਲ ਪੁਆਇੰਟ ਲਿਆਂਦਾ। 3.5 ਸਾਲ ਪੌਣੇ 4 ਸਾਲ ਹੋ ਗਏ ਸਰਕਾਰ ਦੇ, ਸਿਰਫ 16 ਮਹੀਨੇ ਰਹਿ ਗਏ ਆ। ਉਸ ਫੋਕਲ ਪੁਆਇੰਟ ਦੀ ਇੱਕ ਵੀ ਅਲਾਟਮੈਂਟ ਨਹੀਂ ਹੋਈ ਹੈਗੀ ਤੇ ਮੱਤੇਵਾੜਾ ਫੋਕਲ ਪੁਆਇੰਟ ਨੂੰ ਬੜਾ ਕਾਹਲੀ ਦੇ ਵਿੱਚ ਲੱਗੇ ਹੋਏ ਆ, ਸਿਰਫ ਜਸਟ ਕਿ ਸ਼ਾਈਨ ਸਾਨੂੰ ਪਪੂਲੈਰਿਟੀ ਮਿਲ ਜਾਵੇ ਕਿ ਅਸੀਂ ਇਹ ਕੀਤਾ। ਪਰ ਮੇਰੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇੱਕੋ ਹੀ ਗੁਜ਼ਾਰਿਸ਼ ਆ ਕਿ ਸਭ ਤੋਂ ਪਹਿਲਾਂ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਆ, ਜਿਹੜੀ ਪੰਜਾਬ ਦੀ ਇੰਡਸਟਰੀ ਜਿਹੜੀ ਤੁਹਾਨੂੰ ਰੈਵਨਿਊ ਦੇ ਰਹੀ ਆ, ਉਸ ਇੰਡਸਟਰੀ ਦਾ ਖਿਆਲ ਰੱਖੋ। ਵਰਨਾ ਜੇ ਤੁਸੀਂ ਸੋਚਦੇ ਹੋ ਕਿ ਨਵੇਂ ਘਰਾਂ ਦੇ ਨਾਲ ਅਸੀਂ ਜਿਹੜੀ ਇੰਡਸਟਰੀ ਨੂੰ ਉੱਪਰ ਲੈ ਜਾਾਂਗੇ, ਜਿਹੜੇ ਪੁਰਾਣੇ ਬੈਠੇ ਆ ਨਾ ਖੁੰਡ, ਉਹ ਨਵੀਂ ਇੰਡਸਟਰੀ ਨੂੰ ਚੱਲਣ ਨਹੀਂ ਦੇਣਗੇ। ਕਿਉਂ ਮੈਂ ਗੱਲ ਕਰਦਾ, ਸਿੱਧੀ ਧਮਕੀ ਸਮਝੀਏ ਇੰਡਸਟਰੀ ਵੱਲੋਂ ਕੈਪਟਨ ਸਰਕਾਰ ਨੂੰ, ਜਾਂ ਕੀ ਚੇਤਾਵਨੀ ਸਮਝੀਏ? ਚੇਤਾਵਨੀ ਸਮਝ ਲਓ ਇਹਨੂੰ। ਤੁਸੀਂ ਧਮਕੀ ਕਿਉਂ ਨਹੀਂ ਦੇ ਰਹੇ? ਨਹੀਂ, ਤੁਸੀਂ ਧਮਕੀ ਸਮਝ ਲਓ। ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਦੀ ਲੋੜ ਆ। ਅੱਜ ਜਿਹੜੀ ਪੰਜਾਬ ਦੀ ਇੰਡਸਟਰੀ ਜੇ ਬਚੇਗੀ, ਤੁਸੀਂ ਸਾਡਾ ਕੰਪੀਟੀਸ਼ਨ ਕਰਾਉਣਾ ਤਾਂ ਹਰਿਆਣਾ ਨਾਲ ਕਰਾਓ, ਯੂਪੀ ਨਾਲ ਕਰਾਓ, ਮਹਾਰਾਸ਼ਟਰ ਨਾਲ ਕਰਾਓ, ਲੇਕਿਨ ਤੁਸੀਂ ਤਾਂ ਸਾਡਾ ਕੰਪੀਟੀਸ਼ਨ ਸਾਡੇ ਘਰ ਦੇ ਵਿੱਚ ਹੀ ਕਰਾਈ ਜਾ ਰਹੇ ਹੋ, ਪੰਜਾਬੀਆਂ ਨਾਲ ਹੀ ਕਰਵਾਈ ਜਾ ਰਹੇ ਹੋ। ਮੈਂ ਇਹ ਗੱਲ ਕਰਦਾ ਕਿ ਸਰਕਾਰ ਨੇ ਇੰਡਸਟਰੀਅਲ ਪਾਲਿਸੀ ਲਿਆਂਦੀ ਜਿੱਥੇ ਇਨਵਰਟਡ ਡਿਊਟੀ ਸਟਰਕਚਰ ਆ, ਜਿੱਥੇ ਮਾਲ 18% ਤੇ ਲੈ ਕੇ 12% ਤੇ ਵੇਚਣਾ ਵਾ, ਉੱਥੇ ਤੁਸੀਂ ਸਾਨੂੰ ਉਹ ਬੈਨੀਫਿਟ ਨਹੀਂ ਦਿੱਤਾ ਹੈਗਾ।
ਅੱਜ ਪੰਜਾਬ ਦੇ ਵਿੱਚ ਸਿਰਫ 65 ਇੰਡਸਟਰੀਆਂ ਨੇ ਇਨਵੈਸਟ ਪੰਜਾਬ ਦੇ ਵਿੱਚ ਅਪਲਾਈ ਕੀਤਾ ਤੇ ਮੈਨੂੰ ਦੱਸੋ ਇੱਕ ਵੀ ਕੇਸ ਅਪਰੂਵ ਹੋਇਆ ਹੋਵੇ। ਅੱਜ ਲੋੜ ਆ ਸਰਕਾਰ ਵਾਈਟ ਪੇਪਰ ਜਾਰੀ ਕਰੇ। ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ 65,000 ਕਰੋੜ ਰੁਪਏ ਦੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਆ ਗਈ, ਮੈਨੂੰ ਤਾਂ ਸ਼ੱਕ ਆ 65 ਕਰੋੜ ਦੀ ਵੀ ਨਹੀਂ ਆਈ ਹੈਗੀ। ਚਲੋ ਇਹ ਗੱਲਾਂ ਆਪਾਂ ਮੁੱਦੇ ਤੋਂ ਭਟਕੀਏ ਨਾ, ਉਹ ਬਾਅਦ 'ਚ ਕਰਾਂਗੇ। ਫਿਲਹਾਲ ਸਾਡੀ ਸਾਈਕਲ ਇੰਡਸਟਰੀ ਨੂੰ ਗੱਲ ਸੀਗੀ। ਮੇਰਾ ਇੱਕ ਕੁਐਸਚਨ ਤੁਹਾਡੇ ਨਾਲ ਆਖਰੀ ਹੈਗਾ ਕਿ ਸਾਈਕਲ ਇੰਡਸਟਰੀ ਇੰਨੇ ਸਾਲਾਂ ਤੋਂ ਮੁੜ ਕੇ ਇੱਕ ਚੀਜ਼ ਕਹਿੰਦੀ ਸੀ ਕਿ ਸਾਡੀ ਟੈਕਨੋਲੋਜੀ ਅਪਗ੍ਰੇਡ ਨਹੀਂ ਹੋ ਰਹੀ, ਤੇ ਅੱਜ ਜਦੋਂ ਕੋਵਿਡ ਦੇ ਵਿੱਚ ਅਵੇਅਰਨੈਸ ਬਹੁਤ ਫੈਲ ਗਈ ਤੇ ਅੱਜ ਅਸੀਂ ਇੰਡੀਅਨ ਸਾਈਕਲ ਇੰਡਸਟਰੀ ਦਾ ਕੀ ਅੱਗੇਲਾ ਫਿਊਚਰ ਤੁਹਾਨੂੰ ਨਜ਼ਰ ਆ ਰਿਹਾ ਹੈ? ਤੇ ਅੱਜ ਕੋਵਿਡ ਦਾ ਵੀ ਦੌਰ ਹੈ, ਸਰਕਾਰਾਂ ਅੱਜ ਵੀ ਟਫ ਹੋਈ ਆ, ਕੋਈ ਫੰਡ ਨਹੀਂ ਦੇ ਸਕਦੀ। ਹੁਣ ਜਦੋਂ ਲੋੜ ਪਈ ਤੇ ਹੁਣ ਇੰਡਸਟਰੀਅਲਿਸਟ ਜਾਂ ਮੈਨੂਫੈਕਚਰਰ ਕਿੱਦਾਂ ਆਪਣੇ ਆਪ ਨੂੰ ਮਾਰਕੀਟ 'ਚ ਟਿਕਾਏਗਾ ਤੇ ਜਿਹੜਾ ਮੌਕਾ ਮਿਲਿਆ ਇਹਨੂੰ ਇਨਕੈਸ਼ ਕਿੱਦਾਂ ਕਰ ਸਕਦਾ? ਤੁਸੀਂ ਗੱਲ ਕੀਤੀ ਹੈ ਸੰਦੀਪ ਜੀ, ਮੈਂ ਗੱਲ ਕਰਦਾ ਕਿ ਜਿਹੜਾ ਇਹ ਕੋਵਿਡ ਦੇ ਟਾਈਮ ਦੇ ਵਿੱਚ ਜਿਹੜਾ 55 ਦਿਨ ਦਾ ਲੋਕਡਾਊਨ ਰਿਹਾ, ਉਹਦਾ ਵੀ ਬੈਕਲੌਗ ਰਿਹਾ ਕਿ ਜਿਨ੍ਹਾਂ ਨੇ ਮਾਲ ਲੈਣਾ ਸੀ ਤੇ ਹਰ ਇੱਕ ਦੇ ਕੋਲੇ ਸਟਾਕ ਦੇ ਵਿੱਚ ਮਾਲ ਘਟਿਆ। ਪਰ ਜਿੱਥੋਂ ਤੱਕ ਤੁਸੀਂ ਟੈਕਨੋਲੋਜੀ ਦੀ ਗੱਲ ਕਰਦੇ ਹੋ, ਅਸੀਂ ਅੱਜ ਵੀ ਬਹੁਤ ਪਿੱਛੇ ਹਾਂ। ਅੱਜ ਵੀ ਸਾਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਏਗਾ। ਅੱਜ ਵੀ ਸਾਡੇ ਕੋਲੇ ਕਾਰਬਨ, ਅਲਾਏ, ਟਿਟੇਨੀਅਮ, ਮੈਗਨੀਸ਼ੀਅਮ ਦੇ ਮਾਡਲਸ ਜਿਹੜੇ ਆ ਉਹ ਨਹੀਂ ਬਣਦੇ। ਜਦ ਕਿ ਅਗਰ ਅਸੀਂ ਵਰਲਡ ਮਾਰਕੀਟ ਦੇ ਵਿੱਚ ਕੰਪੀਟ ਕਰਨਾ ਵਾ, ਅਗਰ ਅਸੀਂ ਦੁਨੀਆ ਦੇ ਵਿੱਚ ਆਪਣੀ ਇੰਡੀਆ ਦੀ ਪੈਨੀਟ੍ਰੇਸ਼ਨ ਕਰਨੀ ਆ, ਤਾਂ ਸਾਨੂੰ ਬਹੁਤ ਜ਼ਰੂਰੀ ਆ ਉਹ ਹਾਈ ਐਂਡ ਸਾਈਕਲ ਬਣਾਉਣੇ, ਜਿਹੜੇ ਸਾਈਕਲ ਦੀ ਵਰਲਡ ਮਾਰਕੀਟ ਦੇ ਵਿੱਚ, ਯੂਰਪ ਦੇ ਵਿੱਚ ਔਰ USA ਦੇ ਵਿੱਚ, UK ਦੇ ਵਿੱਚ ਜਿਹੜੇ ਮਾਡਲਸ ਦੀ ਲੋੜ ਆ। ਪਰ ਅੱਜ ਅਸੀਂ ਜਿਹੜਾ ਸਾਈਕਲ ਬਣਾ ਰਹੇ ਹਾਂ ਉਹ ਰੋਡਸਟਰ ਮਾਡਲ ਬਣਾ ਰਹੇ ਹਾਂ, ਉਹ ਮਿਡਲ ਈਸਟ ਕੰਟਰੀਜ਼ ਨੂੰ, ਔਰ ਮੈਂ ਗੱਲ ਕਰਦਾ ਵਾ ਯੁਗਾਂਡਾ ਔਰ ਤੰਜ਼ਾਨੀਆ, ਉਹਨਾਂ ਕੰਟਰੀਜ਼ ਦੇ ਵਿੱਚ ਤਾਂ ਉਹ ਮਾਲ ਜਾ ਸਕਦਾ। ਪਰ ਅਗਰ ਅਸੀਂ ਗੱਲ ਕਰੀਏ ਕਿ USA, UK, ਯੂਰਪ ਦੇ ਵਿੱਚ ਜਿਹੜਾ ਅਸੀਂ ਮਾਲ ਬਣਾ ਰਹੇ ਹਾਂ, ਉਹ ਮਾਲ ਸਾਡਾ ਬਿਲਕੁਲ ਨਹੀਂ ਜਾ ਰਿਹਾ। ਇਹਦੇ ਲਈ ਤੁਸੀਂ ਕੀ ਕਰ ਰਹੇ ਹੋ, ਇਹੀ ਅਸੀਂ ਪੁੱਛਣਾ ਚਾਹੁੰਦੇ ਹਾਂ। ਅਸੀਂ ਤਾਂ ਇਹਦੇ ਲਈ ਟੈਕਨੋਲੋਜੀ ਦੀ ਪਿਛਲੇ 10 ਸਾਲ ਤੋਂ ਸਰਕਾਰ ਕੋਲੋਂ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਟੈਕਨੋਲੋਜੀ ਲੈ ਕੇ ਦਿਓ। ਮੈਂ ਸਿੰਪਲ ਜੀ ਤੁਹਾਡੇ ਨਾਲ ਗੱਲ ਕਰਦਾ ਕਿ ਸਰਕਾਰ ਨੇ ਅੱਜ ਤੋਂ 4 ਸਾਲ ਪਹਿਲਾਂ ISO 6742 ਰਿਫਲੈਕਟਰਸ ਕੰਪਲਸਰੀ ਕਰਤੇ। ਇੰਡੀਆ 'ਚ ਰਿਫਲੈਕਟਰ ਨਹੀਂ ਬਣ ਰਹੇ ਸੀ ਔਰ ਚਾਈਨਾ ਸਾਨੂੰ 125 ਰੁਪਈਆ ਪਰ ਪੀਸ ਦੇ ਵਿੱਚ ਲੁੱਟ ਰਿਹਾ ਸੀਗਾ। ਔਰ ਜਦੋਂ ਅਸੀਂ ਇੰਡੀਆ ਦੇ ਵਿੱਚੋਂ ਟੈਕਨੋਲੋਜੀ ਲਿਆਂਦੀ, ਸਾਡੇ ਹੀ ਇੱਕ ਭਰਾ ਨੇ ਸਿਟੀਜ਼ਨ ਬੂਸ਼ਲ ਜਿਹੜੀ ਬਾਈਕਟੈਕ ਰਿਫਲੈਕਟਰ ਬਣਾਉਣ ਦੀ ਕੰਪਨੀ ਜੁਆਇੰਟ ਵੈਂਚਰ ਜਰਮਨ ਦੇ ਨਾਲ ਇੰਡੋ ਜਰਮਨ ਪ੍ਰੋਜੈਕਟ ਲੁਧਿਆਣੇ ਚਲਾਇਆ। ਅੱਜ ਉਹੀ ਰਿਫਲੈਕਟਰ ਅਸੀਂ 42 ਰੁਪਈਸ ਦਾ ਬਣਾ ਰਹੇ ਹਾਂ ਔਰ ਉਹਦੇ ਵਿੱਚ ਵੀ ਸਾਨੂੰ ਮਾਰਜਨ ਹੈਗਾ ਵਾ। ਤੇ ਕੋਈ ਟਾਈਮ ਸੀ ਚਾਈਨਾ ਸਾਨੂੰ 150 ਰੁਪਈਏ ਦੇ ਵਿੱਚ ਕਾਸਟ ਕਰਦਾ ਸੀਗਾ। ਸਾਡੇ ਕੋਲ ਟੈਕਨੋਲੋਜੀ ਆਈ, ਅਸੀਂ ਉਹ ਟੈਕਨੋਲੋਜੀ ਨੂੰ ਅਡੈਪਟ ਕੀਤਾ ਤੇ ਤੁਹਾਡੇ ਸਾਹਮਣੇ ਉਹ ਪ੍ਰੋਡਕਟ ਅਸੀਂ ਬਣਾ ਕੇ ਦਿੱਤਾ। ਅੱਜ ਅਗਰ ਸਾਨੂੰ ਟੈਕਨੋਲੋਜੀ ਟਰਾਂਸਫਰ ਦੇ ਉੱਤੇ ਸਟੇਟ ਗਵਰਨਮੈਂਟ ਔਰ ਇੰਡੀਆ ਗਵਰਨਮੈਂਟ ਅਗਰ ਆਪਣਾ ਪਾਇਵਟਲ ਰੋਲ ਪਲੇ ਕਰਦੀ ਆ, ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਚੀਨ ਦੇ ਮੁਕਾਬਲੇ ਸਸਤਾ ਸਾਈਕਲ ਇੰਡੀਆ ਦੇ ਵਿੱਚ ਉਸ ਤੋਂ ਬੈਸਟ ਕੁਆਲਿਟੀ ਦਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ, ਤਾਂ ਕਿ ਚੀਨ ਵੀ ਹੈਰਾਨ ਹੋ ਜਾਏਗਾ। ਕਿਉਂਕਿ ਜਿਹੜੇ ਇੰਡੀਅਨਸ ਆ, ਪੰਜਾਬੀ ਆ, ਇਹਨਾਂ ਦੇ ਵਿੱਚ ਐਂਟਰਪ੍ਰੈਨਿਓਰਸ਼ਿਪ ਹੈਗੀ। ਮੈਂ ਇੱਕ ਸਿੰਪਲ ਗੱਲ ਕਰਦਾ ਕਿ ਲੁਧਿਆਣੇ ਤੋਂ ਬਾਹਰ, ਲੁਧਿਆਣੇ ਦੇ ਬਾਈਸਾਈਕਲ ਪਾਰਟਸ ਤੋਂ ਬਗੈਰ ਇੰਡੀਆ ਦੇ ਵਿੱਚ ਜਿਸ ਕੰਪਨੀ ਨੇ ਵੀ, ਤੁਸੀਂ ਇੱਕ ਵੀ ਕੰਪਨੀ ਦੱਸੋ ਕਿ ਉਹਦੇ ਬਾਈਸਾਈਕਲ ਦੇ ਕੰਪੋਨੈਂਟਸ ਕੰਪਲੀਟ ਹੋਏ ਹੋਣ। ਇਹ ਲੁਧਿਆਣੇ ਨੂੰ ਇੱਕ ਕਿਸਮ ਦੀ ਬਖਸ਼ ਆ ਤੇ ਲੁਧਿਆਣਾ ਇੱਕ ਬਹੁਤ ਮੇਜਰ ਰੋਲ ਪਲੇ ਕਰਦਾ ਵਾ ਸਾਈਕਲ ਬਣਾਉਣ ਦੇ ਵਿੱਚ। ਇੱਕ ਪਾਕਿਸਤਾਨ ਇੱਥੋਂ ਕਿੰਨੀ ਦੂਰ ਆ, ਮੈਂ ਗੱਲ ਕਰਦਾ ਅੱਜ ਵੀ ਉੱਥੇ 6500 ਰੁਪਏ ਦਾ ਸਾਈਕਲ ਆ ਤੇ ਅੱਜ ਇੰਡੀਆ ਦੇ ਵਿੱਚ ਉਹੀ ਸਾਈਕਲ 3000 ਰੁਪਏ ਦਾ ਵਾ। ਇਹਦੇ ਵਿੱਚ ਧੰਨਵਾਦ ਸਰ, ਤੁਸੀਂ ਜਿਹੜੇ ਸਾਨੂੰ ਸਰੋਤਾਵਾਂ ਵੱਲੋਂ ਜਿਹੜੇ ਅਕਸਰ ਜਵਾਬ ਮਿਲਦੇ ਉਹ ਤੁਹਾਡੇ ਤੱਕ ਪਹੁੰਚਾਉਂਦੇ ਕਿ ਜਿਹੜੇ ਕੈਪਟਨ ਸਰਕਾਰ ਦੀ ਗੱਲ ਕੀਤੀ ਕਿ ਉਹਨਾਂ ਨੇ ਤੁਹਾਡਾ ਫੋਕਲ ਪੁਆਇੰਟ ਨਹੀਂ ਚਲਾ ਕੇ ਆਪਣਾ ਖੜਾ ਕਰਤਾ, ਤੇ ਉਹ ਜਿੱਦਾਂ ਗੁਰੂ ਉੱਦਾਂ ਹੀ ਚੇਲਾ। ਜਿੱਦਾਂ ਵੱਡੇ ਬਾਦਲ ਸਾਹਿਬ ਨੇ ਸ਼ਹਿਰ ਲੁਧਿਆਣੇ ਦਾ ਕਹਿ ਲਓ ਏਅਰਪੋਰਟ ਨਾ ਚਲਾ ਕੇ ਬਠਿੰਡਾ ਖੜਾ ਕਰਤਾ ਸੀ ਜਿੱਥੇ ਲੋਡ ਵੀ ਨਹੀਂ ਸੀ ਇੰਟਰਨੈਸ਼ਨਲ ਏਅਰਪੋਰਟ, ਤੇ ਉੱਦਾਂ ਹੀ ਉਹਨਾਂ ਨੇ ਵੀ ਸ਼ਾਇਦ ਉਹਨਾਂ ਤੋਂ ਹੀ ਸਿੱਖਿਆ। ਤੇ ਦੂਜੀ ਗੱਲ ਜੇ ਗੱਲ ਕਰੀਏ ਤੁਹਾਡੇ ਜਿਹੜੇ ਟੱਚਵੁੱਡ ਤੁਹਾਡੀ ਹੀ ਪਾਰਟਨਰਸ਼ਿਪ ਸਰਕਾਰ ਅਕਾਲੀ ਬਾਦਲ ਦੀ ਹੀ ਅਕਾਲੀ ਪਾਰਟਨਰਸ਼ਿਪ ਸਰਕਾਰ ਸੈਂਟਰ ਦੇ ਵਿੱਚ ਹੈਗੀ ਹੈ, ਤੇ ਤੁਸੀਂ ਚਾਹੋ ਤਾਂ ਉੱਥੋਂ ਬਹੁਤ ਸਾਰਾ ਫੰਡ ਲੈ ਸਕਦੇ ਹੋ। ਸਾਡੀ ਸਿਰਫ ਇੱਕ ਸੁਜੈਸ਼ਨ ਹੈ ਤੁਹਾਨੂੰ ਯਾਦ ਕਰਾਉਣ ਦੀ, ਬਾਕੀ ਤਾਂ ਤੁਸੀਂ ਜਾਣੋ ਤੇ ਸਰਕਾਰ ਜਾਣੇ। ਸਾਡਾ ਕੰਮ ਸੀਗਾ ਮੁੱਦਾ ਸਾਹਮਣੇ ਲੈ ਕੇ ਆਉਣ ਦਾ ਤੇ ਅਸੀਂ ਲੈ ਆਏ ਹਾਂ। ਤੇ ਇੱਦਾਂ ਹੀ ਹੋਰ ਵੀ ਨਵੇਂ ਟੌਪਿਕਾਂ ਨਾਲ ਅਪਡੇਟ ਕਰਾਉਂਦੇ ਰਹਾਂਗੇ, ਜਾਰੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।